ਘੁਮਾਰ ਦੇ ਘਰ ਵੱਡੀ ਸਾਰੀ ਗੱਡੀ ਆ ਕੇ ਖਲੋਤੀ ਤੇ ਪੂਰੇ ਪਿੰਡ 'ਚ ਰੋਲਾ ਪੈ ਗਿਆ ਵਈ ਇਹ ਫੀਕੇ ਦੇ ਘਰ ਅੱਜ ਕੌਣ ਆ ਗਿਆ। ਬੰਦਾ ਬੰਦਾ ਜਨਾਬ ਇੱਕ ਦੂਜੇ ਨਾਲ ਗੋਸ਼ੇ ਕਰ ਰਿਹਾ ਵੀ ਫੀਕੇ ਦੇ ਘਰ ਅੱਜ ਕੌਣ ਆ ਗਿਆ, ਫੀਕੇ ਦੇ ਘਰ ਕੌਣ ਆ ਗਿਆ। ਤੇ ਚੌਧਰੀ ਸਾਹਿਬ ਆਦੇ ਨੇ ਮੈਨੂੰ ਵੀ ਇਹ ਬੜਾ ਤਜੱਸਸ ਸੀ ਵੀ ਫੀਕੇ ਦੇ ਘਰ ਏਡੀ ਨਵੀਂ ਗੱਡੀ ਤੇ ਸਾਡੇ ਪਿੰਡ 'ਚ ਅੱਜ ਤੱਕ ਨਹੀਂ ਆਈ, ਤੇ ਜੇ ਆਈ ਏ ਤੇ ਸਿੱਧੀ ਆ ਕੇ ਫੀਕੇ ਦੇ ਘਰ ਦੇ ਬਾਹਰ ਖਲੋਤੀ ਏ। ਆਖਰ ਇਹ ਬੰਦਾ ਕੌਣ ਏ। ਤੇ ਚੌਧਰੀ ਸਾਹਿਬ ਆਦੇ ਲੇਕਿਨ ਮੈਨੂੰ ਇਹ ਪਤਾ ਸੀ ਬਈ ਆਵੇਗਾ ਫੀਕਾ ਮੇਰੇ ਕੋਲ ਤੇ ਮੈਨੂੰ ਸਾਰੀ ਕਹਾਣੀ ਸੁਣਾ ਕੇ ਜਾਏਗਾ, ਇੱਕ ਵਾਰੀ ਬੰਦਾ ਜਾ ਲਵੇ ਮੈਂ ਇੰਤਜ਼ਾਰ ਕਰਨਾ। ਉਹੀ ਗੱਲ ਜਨਾਬ ਹੋਈ ਤੇ ਜਿਉਂ ਹੀ ਬੰਦਾ ਗਿਆ ਤੇ ਚੌਧਰੀ ਸਾਹਿਬ ਦੇ ਡੇਰੇ ਤੇ ਸਿੱਧਾ ਫੀਕਾ। ਚੌਧਰੀ ਸਾਹਿਬ अस्सलाम वालेकुम। चौधरी साहब आदन वालेकुम सलाम। फीकिया ठीक है जी चौधरी साहब मैं ठीक हाँ। चौधरी साहब आदन मैं पुछदा बई ਉਹ ਬੰਦਾ ਕੌਣ ਸੀਗਾ ਤੇ ਫੀਕੇ ਪਹਿਲਾਂ ਹੀ ਜਨਾਬ ਮੇਰੇ ਕੋਲ ਸਵਾਲ ਕੱਢ ਮਾਰਿਆ। ਉਸ ਆਖਿਆ ਚੌਧਰੀ ਸਾਹਿਬ ਤੁਹਾਨੂੰ ਯਾਦ ਹੈ ਵੀ ਸਾਡੇ ਨਾ ਉਹ ਪਿੰਡ ਦੇ ਪਰਲੀ ਨੁੱਕੜ ਤੇ ਇੱਕ ਮਾਈ ਹੁੰਦੀ ਸੀ, ਮਾਈ ਨੂਰਾਂ, ਦਾਣੇ ਪੁੰਨਦੀ ਹੁੰਦੀ ਸੀ। ਤੇ ਚੌਧਰੀ ਸਾਹਿਬ ਆਦਨ ਮੈਂ ਆਖਿਆ ਬਿਲਕੁਲ ਮੈਨੂੰ ਯਾਦ ਹੈ ਮਾਈ। ਉਹ ਮਾਈ ਨੂਰਾਂ ਨੂੰ ਕੌਣ ਆਪਣੇ ਪਿੰਡ ਦੇ ਬੰਦਿਆਂ ਨੂੰ ਭੁੱਲ ਸਕਦਾ, ਸਾਡੇ ਪਿੰਡ 'ਚ ਤੇ ਬੜੀ ਉਸ ਖਿਦਮਤ ਕੀਤੀ ਹੈ, ਦਾਣੇ ਪੁੰਨਦੀ ਹੁੰਦੀ ਸੀ, ਆਪਣੀ ਮਿਹਨਤ ਮਜ਼ਦੂਰੀ ਕਰਦੀ ਹੁੰਦੀ ਸੀ, ਬਿਲਕੁਲ ਮੈਨੂੰ ਯਾਦ ਹੈ। ਤੁਸੀਂ ਆਖਿਆ ਉਹ ਮਾਈ ਨੂਰਾਂ ਦਾ ਨਾ ਇੱਕ ਪੁੱਤਰ ਸੀ, ਅਸਲਮ ਉਹਦਾ ਨਾਂ ਸੀ, ਤੇ ਉਹ ਮੇਰੇ ਨਾਲ ਨਾ ਸਕੂਲ ਪੜ੍ਹਦਾ ਹੁੰਦਾ ਸੀ। ਤੇ ਜਦੋਂ ਵੀ ਉਹ ਸਕੂਲ ਜਾਂਦਾ ਸੀ ਨਾ ਤੇ ਕੋਈ 2-3 ਘੰਟੇ ਬਾਅਦ ਨਾ ਉਹਦੇ ਢਿੱਡ 'ਚ ਨਾ ਦਰਦ ਸ਼ੁਰੂ ਹੋ ਜਾਂਦਾ ਸੀ, ਉਹਦਾ ਪੇਟ ਦਰਦ ਕਰਨ ਲੱਗ ਪੈਂਦਾ ਸੀ। ਤੇ ਮਾਸਟਰ ਉਹਨੂੰ ਗੁੱਸਾ ਕਰਦੇ ਹੁੰਦੇ ਸੀ ਵੀ ਚੱਲ ਦਫਾ ਹੋ ਜਾ, ਨਿਕਲ ਤੂੰ ਜਦੋਂ ਆਉਣਾ ਤੂੰ ਦਰਦ ਰੋਂਦਾ ਰਹਿਣਾ। ਤੇ ਵਿਚਾਰੇ ਨੂੰ ਨਾ ਡਾਂਟ ਡੂਟ ਕੇ ਘਰ ਭੇਜ ਦਿੰਦੇ ਸੀ ਵੀ ਕੋਈ ਦਵਾਈ ਦਾਰੂ ਲੈ ਕੇ ਆਵਿਆ ਕਰ, ਇਹ ਰੋਜ਼ ਦਾ ਤੂੰ ਜਿਹੜਾ ਡਰਾਮਾ ਅਸਲਮ ਪਕੜੇ ਆ ਨਾ ਇਹ ਸਾਨੂੰ ਨਹੀਂ ਬਰਦਾਸ਼ਤ ਹੁੰਦਾ। ਤੇ ਚੌਧਰੀ ਸਾਹਿਬ ਮੈਂ ਉਹਦਾ ਦਰਦ ਜਦੋਂ ਹੁੰਦਾ ਸੀ ਨਾ ਉਹਨੂੰ ਤੇ ਮੈਨੂੰ ਬੜੀ ਤਕਲੀਫ ਹੁੰਦੀ ਸੀ। ਮੈਨੂੰ ਰੋਜ਼ ਵਿਚਾਰੇ ਨੂੰ ਦਰਦ ਹੁੰਦਾ ਤੇ ਮਾਸਟਰ ਵੀ ਰੋਜ਼ ਝਿੜਕਦੇ, ਲੇਕਿਨ ਪਤਾ ਕੋਈ ਨਹੀਂ ਸੀ ਉਹ ਦਰਦ ਦੀ ਨਾ ਵਜ੍ਹਾ ਕੀ ਹੈ। ਤੇ ਚੌਧਰੀ ਸਾਹਿਬ ਇੱਕ ਵਾਰੀ ਨਾ ਅੱਧੀ ਜਿਹੜੀ ਤਫਰੀਹ ਹੁੰਦੀ ਹੈ, ਅੱਧੀ ਜਿਹੜੀ ਛੁੱਟੀ ਹੁੰਦੀ ਹੈ ਸਕੂਲ ਦੀ, ਬ੍ਰੇਕ ਹੋਈ ਸੀ ਤੇ ਬ੍ਰੇਕ 'ਚ ਨਾ ਮੈਂ ਜ਼ਰਾ ਨਾ ਸਾਈਡ ਤੇ ਬਹਿ ਕੇ ਨਾ ਤੇ ਜ਼ਰਾ ਪਰਾਠਾ ਖੋਲਿਆ ਨਾ ਆਪਣਾ, ਤੇ ਉਹਦੇ ਉੱਪਰ ਜਿਹੜਾ ਮਾਂ ਨੇ 4 ਤੇ ਅੰਡਾ ਰੱਖ ਕੇ ਦਿੱਤੇ ਸੀ। ਚੌਧਰੀ ਸਾਹਿਬ ਆਏ ਹਾਏ ਹਾਏ ਕਿਆ ਯਾਦ ਆ ਗਿਆ ਪਰਾਠਾ। ਉਹ ਪਰਾਠਾ ਮੈਂ ਖੋਲਦਾ ਸਾਂ ਨਾ ਤੇ ਪੂਰੇ ਪਿੰਡ 'ਚ ਜਿਹੜਾ ਨਾ ਉਹਦੀਆਂ ਖੁਸ਼ਬੂਆਂ ਜਾਂਦੀਆਂ ਸੀ। ਤੇ ਫਿੱਕਾ ਦਾ ਚੌਧਰੀ ਸਾਹਿਬ ਮੈਂ ਪਰਾਠਾ ਜਦੋਂ ਖੋਲਿਆ ਨਾ ਤੇ ਉਸ ਅਸਲਮ ਦੀ ਅੱਖ ਜਦੋਂ ਪਰਾਠੇ ਤੇ ਪਈ ਤੇ ਉਸ ਅਸਲਮ ਨੇ ਇੱਕਦਮ ਪਰਾ ਮੂੰਹ ਕਰ ਲਿਆ। ਚੌਧਰੀ ਸਾਹਿਬ ਜਦੋਂ ਉਸ ਪਰਾ ਮੂੰਹ ਕੀਤਾ ਨਾ ਜਦੋਂ ਉਸ ਪਰਾ ਮੂੰਹ ਕੀਤਾ ਨਾ ਚੌਧਰੀ ਸਾਹਿਬ ਤੇ ਮੈਨੂੰ ਉਹਦੇ ਸਾਰੇ ਦੁੱਖ ਜਿਹੜੇ ਨਾ ਉਹ ਸਾਹਮਣੇ ਨਜ਼ਰ ਆ ਗਏ। ਮੈਨੂੰ ਪਤਾ ਲੱਗ ਗਿਆ ਵੀ ਇਹਦੇ ਢਿੱਡ 'ਚ ਪੀੜ ਕੀ ਹੁੰਦੀ ਹੈ। ਮੈਂ ਕਿਹਾ ਅਸਲਮ ਗੱਲ ਸੁਣੇ ਨਾ ਯਾਰਾ, ਉਰਾ ਮੇਰੇ ਕੋਲ ਆਦਾ ਤੂੰ ਖਾ ਲੈ ਤੇ ਫਿਰ ਮੈਂ ਆਉਣਾ ਤੇਰੇ ਕੋਲ। ਮੈਂ ਕਿਹਾ ਨਹੀਂ ਮੇਰੀ ਗੱਲ ਸੁਣ, ਉਰਾ ਮੇਰੇ ਕੋਲ ਆ ਯਾਰ। ਚੌਧਰੀ ਸਾਹਿਬ ਅਸਲਮ ਮੇਰੇ ਕੋਲ ਆਇਆ, ਤੈਨੂੰ ਮੈਂ ਕਿਹਾ ਖਾ ਰੋਟੀ। ਆਦਾ ਨਹੀਂ ਮੈਂ ਨਹੀਂ ਖਾਣੀ, ਮੈਂ ਖਾ ਕੇ ਆਇਆ, ਮੈਂ ਕਰੂ, ਮੈਂ ਇਸ ਟਾਈਮ ਨਾ ਖਾਂਦਾ, ਮੈਂ ਨਹੀਂ ਖਾਣੀ। ਲੇਕਿਨ ਚੌਧਰੀ ਸਾਹਿਬ ਉਹ ਜਿੰਨਾ ਨਾ ਵੀ ਕਰਦਾ ਨਾ ਉਹਦੀਆਂ ਜਿਹੜੀਆਂ ਆਂਦਰਾਂ ਸੀ ਨਾ ਸੁਗਣੀ ਆਂਦਰਾਂ ਸੀ, ਉਹ ਮੈਨੂੰ ਸਾਰਾ ਕੁਝ ਕਿੱਸੇ ਦੱਸਦੀਆਂ ਦਿੱਤੀਆਂ। ਮੈਂ ਉਹਦੇ ਤਰਲਾ ਪਾਇਆ ਉਸਨੂੰ, ਮੈਂ ਕਿਹਾ ਗਰਾ ਖਾ। ਚੌਧਰੀ ਸਾਹਿਬ ਉਸ ਜਦੋਂ ਪਹਿਲਾ ਗਰਾ ਲਾਇਆ ਨਾ ਤੇ ਉਹਦਾ ਰੰਗ ਹੋਰ ਹੋ ਗਿਆ, ਉਹਦੀ ਬਾਡੀ ਲੈਂਗੁਏਜ ਹੋਰ ਹੋ ਗਈ, ਉਹਦਾ ਜਿਸਮ ਹੋਰ ਤਰ੍ਹਾਂ ਦਾ ਹੋਰ ਹੋ ਗਿਆ। ਉਹ ਰੋਟੀ ਉਸ ਖਾਣੇ ਸ਼ੁਰੂ ਕਰ ਦਿੱਤੀ ਤੇ ਮੈਂ ਆਪਣਾ ਹੱਥ ਛਿੱਕ ਲਿਆ। ਮੈਂ ਕਿਹਾ ਅੱਜ ਮੈਨੂੰ ਪਤਾ ਲੱਗਿਆ ਵੀ ਇਹਦੇ ਢਿੱਡ 'ਚ ਪੀੜ ਕਿਉਂ ਹੈ। ਮੈਂ ਉਹਨੂੰ ਰੋਟੀ ਖਵਾਈ, ਇੱਕ ਦਿਨ ਵੀ ਇਸੇ ਤਰ੍ਹਾਂ ਹੀ ਕੀਤਾ, ਦੂਸਰੇ ਦਿਨ ਵੀ, ਤੀਸਰੇ ਦਿਨ ਵੀ, ਚੌਥੇ ਦਿਨ ਵੀ ਉਹਨੂੰ ਮੈਂ ਰੋਟੀ ਖਵਾਈ। ਲੇਕਿਨ ਚੌਧਰੀ ਸਾਹਿਬ ਮੈਂ ਹੱਥ ਛਿੱਕ ਲਾਵਾਂ ਤੇ ਉਹ ਖਾ ਲਵੇ, ਮੈਂ ਥੋੜਾ ਜਿਹਾ ਖਾਵਾਂ ਤੇ ਘਰ ਜਾ ਕੇ ਮੈਂ ਅੰਮਾ ਨੂੰ ਆਖਾਂ ਅੰਮਾ ਰੋਟੀ ਦੇ ਤੇ ਅੰਮਾ ਮੈਨੂੰ ਇੱਕ ਦਿਹਾੜਿਆ ਦੀ ਵੀ ਪੁੱਤਰ ਰੋਟੀ ਐਡਾ ਵੱਡਾ ਤੈਨੂੰ ਮੈਂ ਪਰਾਠਾ ਬਣਾ ਕੇ ਭੇਜਣਾ, ਆਉਂਦਿਆਂ ਸਾਥ ਤੂੰ ਲਾ ਦੇਣਾ ਵੀ ਭੁੱਖ ਬੜੀ ਲੱਗੀ ਏ ਤੇ ਕਿਧਰੇ ਕੀੜੇ ਤੇ ਨਹੀਂ ਆਪੇ, ਕੀ ਗੱਲ ਏ ਤੈਨੂੰ, ਤੇਰਾ ਰੱਜ ਨਹੀਂ ਹੁੰਦਾ ਉਸ ਪਰਾਠੇ ਨਾਲ। ਮੈਂ ਅੰਮਾ ਨੂੰ ਟਾਲਾਂ ਕਦੇ ਇੰਜ ਤੇ ਮਾਂ ਹੁੰਦੀ ਏ। ਉਸ ਆਖਿਆ ਪੁੱਤਰ ਮੈਨੂੰ ਅੱਜ ਸਹੀ ਦੱਸ, ਮੈਂ ਬੜੀ ਫਿਕਰਮੰਦ ਆ। ਆਦਾ ਮੈਂ ਚੌਧਰੀ ਸਾਹਿਬ ਫਿਰ ਅੰਮਾ ਨੂੰ ਆਖਿਆ, ਮੈਂ ਕਿਹਾ ਅੰਮਾ ਗੱਲ ਇਹ ਹੈ ਵੀ ਇੰਜ ਮਾਸੀ ਨੂਰਾਂ ਦਾ ਪੁੱਤਰ ਆਉਂਦਾ ਸੀ ਤੇ ਉਹਦੇ ਢਿੱਡ 'ਚ ਪੀੜ ਹੁੰਦੀ ਸੀ, ਭੁੱਖ ਦੀ ਵਜ੍ਹਾ ਤੋਂ ਨਾ ਰੋਟੀ ਉਸ ਕੋਲ ਨਹੀਂ ਸੀ ਖਾਧੀ ਹੁੰਦੀ ਤੇ ਉਹਦੇ ਢਿੱਡ 'ਚ ਪੀੜ ਹੁੰਦੀ ਸੀ। ਤੇ ਮੈਂ ਰੋਟੀ ਆਪਣੀ ਉਹਨੂੰ ਮੈਂ ਸਾਰੀ ਕਹਾਣੀ ਸੁਣਾਈ, ਇੰਜ ਉਹਨੂੰ ਮੈਂ ਖਵਾਵਣਾ, ਉਹਦਾ ਬਰਮ ਵੀ ਰਹਿ ਗਿਆ, ਉਹਨੂੰ ਵੀ ਕਦੇ ਮੈਂ ਪਤਾ ਨਹੀਂ ਲੱਗਣ ਦਿੱਤਾ ਤੇ ਮੈਂ ਵੀ ਹੱਥ ਛਿੱਕ ਲੈਣਾ ਤੇ ਉਹ ਰੋਟੀ ਖਾ ਲੈਂਦਾ। ਤੇ ਆਦਾ ਮੇਰੀ ਮਾਂ ਨੇ ਨਾ ਮੈਨੂੰ ਕੁੱਟ ਕੇ ਸੀਨੇ ਨਾਲ ਲਾ ਲਿਆ, ਗੱਲ ਨਾਲ ਲਾ ਲਿਆ। ਉਸ ਆਖਿਆ ਆਏ ਮੇਰੇ ਪੁੱਤਰਾ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ, ਕਿਸੇ ਮਾਂ ਦਾ ਲਾਲ ਉੱਥੇ ਭੁੱਖਾ ਹੁੰਦਾ ਤੇ ਤੂੰ ਮੈਨੂੰ ਦੱਸਿਆ ਕਿਉਂ ਨਹੀਂ, ਕੱਲ ਤੂੰ ਮੈਂ ਤੈਨੂੰ 2 ਪਰਾਠੇ ਬਣਾ ਕੇ ਦਿਆਂ ਕਰਾਂਗੀ। ਉਹ ਮੇਰਾ ਵੀ ਪੁੱਤਰ ਏ, ਉਹ ਮੇਰਾ ਵੀ ਲਾਲ ਏ, ਮੈਂ ਜਿਸ ਤਰ੍ਹਾਂ ਤੂੰ ਮੇਰਾ ਪੁੱਤਰ ਹੈ ਅੱਜ ਤੂੰ ਵੀ ਮੇਰਾ ਪੁੱਤਰ ਏ ਤੇ ਮੈਂ 2 ਪਰਾਠੇ ਬਣਾ ਕੇ ਦਿਆਂਗੀ। ਤੇ ਫਿੱਕਾ ਦਾ ਚੌਧਰੀ ਸਾਹਿਬ ਮੈਂ ਆਖਿਆ ਮਾਂ 2 ਪਰਾਠੇ ਨਹੀਂ ਬਣਾਣੇ, ਨਾ 2 ਪਰਾਠੇ ਨਹੀਂ ਬਣਾਣੇ, ਮੈਂ ਉਹਦਾ ਬਰਮ ਨਾ ਤੋੜਨਾ ਚਾਹੁੰਦਾ। ਉਹ ਬੜਾ ਖੁਦਦਾਰ ਜਿਹਾ ਬੱਚਾ ਹੈ ਤੇ ਇਹ ਨਾ ਹੋਵੇ ਮੈਨੂੰ ਪਤਾ ਲੱਗੇ ਵੀ ਮੈਂ ਇੱਕ ਪਰਾਠਾ ਸਪੈਸ਼ਲ ਉਹਦੇ ਵਾਸਤੇ ਬਣਾਣਾ। ਤੇ ਉਸ ਆਖਿਆ ਅੱਲਾ ਚੱਲ ਇੰਜ ਕਰਨੇ ਆ, ਮੈਂ ਪਰਾਠੇ ਦੇ ਵੱਲ ਵੀ ਵਧਾ ਦਿੰਨੀ ਆ ਤੇ ਮੱਖਣ ਦਾ ਪੇੜਾ ਵੀ ਵੱਡਾ ਰੱਖ ਦਿਆਂ ਕਰਾਂਗੀ, ਤੁਸੀਂ ਦੋਏ ਰੱਜ ਹੋਗੇ।
ਆਦਾ ਅੰਮਾ ਨੇ ਉਂਝ ਹੀ ਕਰਨਾ ਸ਼ੁਰੂ ਕਰ ਦਿੱਤਾ, ਮੈਂ ਉਹਨੂੰ ਖਵਾਉਣਾ ਸ਼ੁਰੂ ਕਰ ਦਿੱਤਾ। ਮਾਸੀ ਨੂਰਾ ਨੂੰ ਅੰਮਾ ਘਰ ਬੁਲਾਉਣ ਲੱਗ ਪਈ, ਕਦੇ ਸਾਗ ਦਿੱਤਾ, ਕਦੇ ਕੁਝ ਦਿੱਤਾ, ਉਹਨਾਂ ਦੇ ਜਨਾਬ ਡੰਗ ਟੱਪਣ ਲੱਗ ਪਿਆ। ਅਸਲਮ ਨੂੰ ਪੜ੍ਹਨੇ ਦਾ ਬੜਾ ਸ਼ੌਕ ਸੀ। ਆਦਾ 5ਵੀਂ ਤੋਂ ਬਾਅਦ ਨਾ ਅੰਮਾ ਨੇ ਨਾ ਆਪਣੇ ਭਾਈ ਨਾਲ, ਮੇਰੇ ਮਾਮੇ ਨਾਲ ਗੱਲ ਕੀਤੀ, ਜਿਹੜਾ ਸ਼ਹਿਰ ਹੁੰਦਾ ਕਿਸੇ ਕੋਲ ਇਹਨਾਂ ਨੂੰ ਨੌਕਰੀ ਤੇ ਲਵਾ ਦੇ। ਮਾਸੀ ਨੂਰਾ ਨੂੰ ਉੱਥੇ ਨੌਕਰੀ ਤੇ ਲਵਾ ਦਿੱਤਾ ਤੇ ਖਰਚਾ ਰੱਖਿਆ ਅਸਲਮ ਦੀ ਪੜ੍ਹਾਈ ਦੀ ਜਿਹੜੀਆਂ ਨਾ ਫੀਸਾਂ, ਸਿਰਫ ਔਰ ਸਿਰਫ ਤਨਖਾਹ ਹੈ ਤੇ ਰੋਟੀ। ਆਦਾ ਫਿਰ ਆਸਤਾ ਵਕਤ ਗੁਜ਼ਰਦਾ ਗਿਆ। ਮੇਰੀ ਮਾਂ ਨੂੰ ਵੀ ਤੁਹਾਨੂੰ ਪਤਾ ਫੌਤ ਹੋਇਆ ਕਾਫੀ ਅਰਸਾ ਹੋ ਗਿਆ ਤੇ ਉਹ ਮਾਸੀ ਨੂਰਾ ਵੀ ਜਿਹੜਾ ਨਾ ਮਰ ਮੁਰ ਗਈ। ਮੇਰਾ ਰਾਬਤਾ ਟੁੱਟ ਗਿਆ, ਅੱਲਾ ਜਾਣੇ ਅਸਲਮ ਕਿੱਧਰ ਹੈ। ਤੇ ਥੋੜੀ ਦੇਰ ਪਹਿਲਾਂ ਆਦਾ ਕੁੰਡੀ ਖੜਕੀ ਤੇ ਮੈਂ ਤੱਕਿਆ ਤੇ ਇੱਕ ਬੰਦਾ ਆਇਆ, ਅਫਸਰ ਸੀ ਕੋਈ, ਤੇ ਮੈਂ ਕਿਹਾ ਤੂੰ ਕੌਣ ਹੈ? ਉਹ ਮੈਨੂੰ ਆਦਾ ਫਿਕਿਆ, ਮੈਨੂੰ ਭੁੱਲ ਗਿਆ ਤੂੰ ਕੌਣ ਹੈ? ਉਹ ਮੈਂ ਅਸਲਮ ਆਦਾ ਜਦੋਂ ਉਸ ਮੈਨੂੰ ਅਸਲਮ ਆਖਿਆ ਨਾ ਤੇ ਮੈਨੂੰ ਇੱਕਦਮ ਉਹੀ ਅਸਲਮ ਨਜ਼ਰ ਆਇਆ ਤੇ ਮੈਂ ਪਤਾ ਹੀ ਨਾ ਲੱਗਾ ਵੀ ਅਫਸਰ ਹੈ ਜਾਂ ਸਾਹਿਬ ਹੈ ਜਾਂ ਕੌਣ ਹੈ। ਮੈਂ ਕੁੱਟ ਕੇ ਜੱਫਾ ਮਾਰ ਲਿਆ। ਆਦਾ ਉਸ ਮੈਨੂੰ ਕੁੱਟ ਕੇ ਜੱਫਾ ਮਾਰ ਲਿਆ ਤੇ ਢਾਵਾਂ ਮਾਰ ਕੇ ਰੋਈ ਆਵੇ। ਉਸ ਆਖਿਆ ਮੈਂ ਅੱਜ ਆਪਣੀ ਮਾਂ ਨੂੰ ਮਿਲਣ ਆਇਆ। ਮੈਂ ਬੜਾ ਘਬਰਾਇਆ ਸਾਂ ਮਾਂ ਤੋਂ। ਉਸ ਆਖਿਆ ਕਿਹੜੀ ਮਾਂ? ਉਸ ਆਖਿਆ ਜਿਹੜੀ ਤੇਰੀ ਮਾਂ ਸੀ। ਉਸ ਆਖਿਆ ਉਹ ਤੇ ਮਰ ਗਈ ਆ। ਆਦਾ ਉਸ ਫਿਰ ਹੋਰ ਹੀ ਰੋਇਆ ਡਾਡਾ, ਰੋ ਕੇ ਨਾ ਤੇ ਮੇਰੇ ਕੋਲ ਬਹਿ ਗਿਆ ਤੇ ਮੈਨੂੰ ਆਦਾ ਤੈਨੂੰ ਪਤਾ ਹੈ ਫਿਕਿਆ, ਭੁੱਖ ਕਿੱਡੀ ਡਾਢੀ ਚੀਜ਼ ਹੈ, ਬੜੀ ਡਾਢੀ ਚੀਜ਼ ਹੈ ਭੁੱਖ ਜਿਹੜੀ ਹੈ ਨਾ, ਮਾਰ ਛੱਡਦੀ ਹੈ ਬੰਦੇ ਨੂੰ। ਤੇ ਮੈਂ ਇਸ ਨਾ ਇਲਾਕੇ 'ਚ ਲੰਗਰਖਾਨਾ ਖੋਲਣ ਆਇਆ, ਤੇਰੀ ਮਾਂ ਦੇ ਨਾਂ ਤੇ ਮੈਂ ਲੰਗਰਖਾਨਾ ਖੋਲਣਾ, ਜਿਸ ਮੈਨੂੰ ਨਾ ਪਰਾਠੇ ਦੇ ਵੱਲ ਵਧਾਏ ਸੀ। ਆਦਾ ਮੈਂ ਇੱਕਦਮ ਆਖਿਆ ਕਿਹੜੇ ਪਰਾਠੇ ਦੇ ਵੱਲ? ਉਸ ਆਖਿਆ ਤੈਨੂੰ ਯਾਦ ਨਹੀਂ, ਜਦੋਂ ਮੈਂ ਆਉਂਦਾ ਹਾਂ ਤੇ ਮੇਰੇ ਢਿੱਡ ਪੀੜ ਹੁੰਦੀ ਸੀ ਤੇ ਤੂੰ ਮੈਨੂੰ ਰੋਟੀ ਖਵਾਉਂਦਾ ਸੀ ਤੇ ਆਪੇ ਸਲੋ ਹੋ ਜਾਂਦਾ ਸੀ। ਤੇ 3 ਦਿਹਾੜੇ ਬਾਅਦ ਪਰਾਠੇ ਦੇ ਵੱਲ ਵੀ ਵੱਧ ਗਏ ਸੀ, ਤੇ ਪਰਾਠੇ ਤੇ ਮੱਖਣ ਵੀ ਫालतू ਰੱਖਿਆ ਹੁੰਦਾ ਸੀ। ਉਹ ਮੈਨੂੰ ਬਿਲਕੁਲ ਉਹ ਯਾਦ ਹੈ ਸਾਰਾ ਕੁਝ। ਢਿੱਡ ਜਿਹੜਾ ਨਾ ਪੀੜ ਉਹ ਬੜੀ ਡਾਢੀ ਹੁੰਦੀ ਹੈ, ਭੁੱਖ ਬੜੀ ਡਾਢੀ ਚੀਜ਼ ਹੈ। ਤੇ ਅੱਜ ਮੈਂ ਨਾ ਤੇਰੀ ਮਾਂ ਦੇ ਨਾਂ ਤੇ ਇੱਥੇ ਲੰਗਰਖਾਨਾ ਖੋਲਣੇ ਦਾ ਫੈਸਲਾ ਕਰਨਾ। ਇਸ ਪਿੰਡ ਦਾ ਕੋਈ ਬੱਚਾ ਵੀ ਹੁਣ ਭੁੱਖਾ ਨਹੀਂ ਰਹਿਣ ਲੱਗਾ। ਤੇ ਫਿਕਰਾ ਦਾ ਚੋਈ ਸਾਹਿਬ, ਮੈਂ ਉਹਨੂੰ ਜਦੋਂ ਉਹਦੀ ਗੱਲ ਸੁਣੀ ਨਾ ਤੇ ਮੈਂ ਉਹਨੂੰ ਇੱਕ ਵਾਰੀ ਫੇਰ ਗਲੇ ਲਾ ਲਿਆ। ਮੈਂ ਕਿਹਾ ਅਸਲਮ ਮੈਂ ਤੇ ਬੜਾ ਛੁਪਾਇਆ ਸੀ ਤੇਰੇ ਤੋਂ। ਤੇ ਉਹ ਆਦਾ ਚੱਲਿਆ, ਮੈਨੂੰ ਸਾਰਾ ਪਤਾ ਸੀ, ਤੂੰ ਮੇਰਾ ਬਰਮ ਰੱਖਿਆ ਸੀ ਤੇ ਮੈਂ ਕਿਹਾ ਮੈਂ ਵੀ ਆਪਣਾ ਬਰਮ ਰੱਖੀ ਰੱਖਣਾ। ਤੂੰ ਮੇਰੀ ਇੱਜ਼ਤ ਰੱਖੀ ਸੀ ਤੇ ਮੈਂ ਕਿਹਾ ਮੈਂ ਵੀ ਆਪਣੀ ਇੱਜ਼ਤ ਰੱਖੀ ਰੱਖਣਾ। ਤੇ ਮੈਨੂੰ ਸਾਰਾ ਕੁਝ ਪਤਾ ਸੀ। ਤੇ ਆਦਾ ਮੈਂ ਉਹਦੇ ਗੱਲ ਲਾ ਕੇ ਰੋਇਆ ਤੇ ਮੈਨੂੰ ਆਦਾ ਗੱਲ ਸੁਣ, ਮੈਨੂੰ ਨਾ ਤੇਰਾ ਪਾਸਪੋਰਟ ਵੀ ਚਾਹੀਦਾ ਤੇ ਤੇਰੇ ਪੇਪਰ ਵੀ ਚਾਹੀਦੇ ਨੇ। ਮੈਂ ਉੱਥੇ ਪੜ੍ਹ ਲਿਖ ਕੇ ਅਫਸਰ ਬਣ ਗਿਆ ਸਾਂ ਤੇ ਮੈਨੂੰ ਕੰਪਨੀ ਨੇ ਬਾਹਰ ਦੇ ਮੁਲਕ ਭੇਜ ਛੜਿਆ ਤੇ ਮੈਂ ਉੱਥੇ ਹੁੰਨਾ ਤੇ ਮੈਨੂੰ ਉੱਥੇ ਬੰਦੇ ਚਾਹੀਦੇ ਤੇ ਮੈਨੂੰ ਆਪਣਾ ਖਾਸ ਬੰਦਾ ਇੱਕ ਚਾਹੀਦਾ ਔਰ ਮੇਰਾ ਖਾਸ ਬੰਦਾ ਫਿਕਿਆ ਤੂੰ ਏ। ਆਪਣਾ ਪਾਸਪੋਰਟ ਬਣਾ, ਆਪਣੇ ਪੇਪਰ ਤਿਆਰ ਕਰ ਤੇ ਚੱਲ ਮੇਰੇ ਨਾਲ। ਤੇ ਚੋਈ ਸਾਹਿਬ ਉਹ ਮੈਨੂੰ ਲੈਣ ਆਇਆ ਸੀ ਜੇ। ਤੇ ਏਡਾ ਚੋਈ ਸਾਹਿਬ ਉਹ ਰੋਇਆ, ਅੱਜ ਏਡਾ ਰੋਇਆ। ਤੇ ਚੋਈ ਸਾਹਿਬ ਮੈਂ ਉਸ ਤੋਂ ਬਹੁਤਾ ਰੋਇਆ। ਤੇ ਚੋਈ ਸਾਹਿਬ ਆਖਦੇ ਨੇ ਕਿ ਮੈਂ ਫਿਕੇ ਦੀਆਂ ਗੱਲਾਂ ਸੁਣ ਰਿਹਾ ਤੇ ਮੇਰੇ ਵੀ ਅਥਰੂ ਟਈ ਜਾ ਰਹੇ ਨੇ, ਮੈਂ ਵੀ ਰੋਈ ਜਾ ਰਿਹਾ। ਤੇ ਮੈਨੂੰ ਸਮਝ ਆਈ ਉਹ ਵਾਕਈ ਭੁੱਖ ਬੜੀ ਡਾਢੀ ਚੀਜ਼ ਹੈ। ਤੁਹਾਡੇ ਕੋਈ ਅੱਗੇ ਪਿੱਛੇ ਦੋਸਤੋ, ਤੁਹਾਡੇ ਕੋ ਆਂਢ ਗਵਾਂਢ ਕੋਈ ਭੁੱਖਾ ਬੱਚਾ ਸਕੂਲ ਜਾਂਦਾ ਨਾ ਤੇ ਖੁਦਾ ਦਾ ਵਾਸਤਾ ਜੇ ਇੱਕ ਦਿਨ ਆਪਣਾ ਪੀਜ਼ਾ ਨਾ ਖਾਣ ਲਗੇ, ਜੇ ਇੱਕ ਦਿਨ ਆਪਣੀਆਂ ਬਾਹਰ ਵੱਡਿਆਂ ਰੈਸਟੋਰੈਂਟਾਂ ਤੇ ਖਾਣਾ ਨਾ ਖਾਣ ਲਗੇ, ਉਹ ਹੀ ਉਹਨਾਂ ਨੂੰ ਕਦੇ ਇੱਕ ਬੋਰੀ ਆਟੇ ਦੀ ਲੈ ਦੇ, ਉਹਨਾਂ ਤੇ ਪੂਰੇ ਮਹੀਨੇ ਦੀ ਉਹਨਾਂ ਦੀ ਰੋਟੀ ਬਣ ਜਾਏਗੀ। ਉਹਨਾਂ ਦੀ ਧਿਆਨ ਕਰਿਆ ਕਰੋ। ਢਿੱਡ ਪੀੜ ਵਾਕਈ ਬੜੀ ਚੀਜ਼ ਜੇ। ਇਹੀ ਬੰਦਿਆਂ ਨੂੰ ਚੋਰ ਬਣਾਉਂਦੀ ਜੇ, ਇਹੀ ਬੰਦਿਆਂ ਨੂੰ ਡਾਕੂ ਬਣਾਉਂਦੀ ਜੇ, ਇਹੀ ਬੰਦਿਆਂ ਕੋਲ ਪੁੱਠੇ ਕੰਮ ਕਰਵਾਉਂਦੀ ਜੇ।